नमस्कार साथियों, मैं इस टाइम पहुंचा है पिंड बनारसी विखे, जिथे कि साडे पंजाब दा एक होनहार लड़का पिछले 6 सालों तो मैडिकल वास्ते यूक्रेन गया होया सी। ਉਹ वापसी आया ਤੇ ਉਹਦੇ ਪਰਿਵਾਰ ਨਾਲ ਕੁਝ ਗੱਲਬਾਤ ਕਰਦੇ ਆ, ਲੜਕੇ ਨਾਲ ਵੀ ਗੱਲਬਾਤ ਕਰਦੇ ਆ, ਉੱਥੋਂ ਦੇ ਕਿਸ ਤਰ੍ਹਾਂ ਦੇ ਹਾਲਾਤ ਸੀ, ਆਓ ਜਾਣਕਾਰੀ ਲੈਂਦੇ ਉਹਨਾਂ ਤੋਂ। बेटे क्या नाम है आपका? रमनदीप जी। अच्छा, कितना टाइम हो गया आपको गए हुए? 6 साल। 6 साल। तो कौन सा कोर्स कर रहे थे आप? मैं MBBS। अच्छा, तो अब कितना टाइम रह गया था आपका वहाँ? 2-3 महीने लगे। तो जो वहाँ के हालात है उसके बारे में कुछ जानकारी दो हमको। हालात हमारी साइड थोड़ा ठीक थे। मैं थोड़ा यूरोप के साइड था, बॉर्डर पे, तो वहाँ थोड़े ठीक थे। जो रोमानिया बॉर्डर के पास जो दूसरी साइड थी, ईस्ट साइड, वहाँ पे थोड़े ख़राब थे हालात। अच्छा, हाँ जी। तो वहाँ का जो प्रशासन है, जहाँ आम नागरिक है, वो जो यहाँ के स्टूडेंट अपने इधर के इंडिया के, उनके साथ किस तरह का बिहेवियर कर रहे हैं? ठीक था जी, इतना कोई वो नहीं था। थोड़ा बहुत बॉर्डर पे हुआ है ख़राब व्यवहार बच्चों के साथ, लेकिन वैसे वहाँ के लोग अच्छे ही। तो जब मतलब ये हालात मतलब ऐसे नाजुक बने हैं, उससे पहले कि वहाँ के जो प्रशासन है उसने कोई गाइडलाइन, कोई इस तरह की चेतावनी दी? नहीं जी, उसने कुछ नहीं किया। अच्छा। नहीं जी। तो आपको मतलब कैसे लगा जब आप मतलब इधर आए हो? अच्छा लग रहा है जी। तो यहाँ का जो प्रशासन है हमारा, वो क्या मदद कर रहे हैं? उन्होंने हेल्प की है जी। वहाँ से बॉर्डर से निकलवाया, फिर वहाँ पे शेल्टरों में रखा, फिर शेल्टरों से एयरपोर्ट पे लेके गए, एयरपोर्ट से फिर फ़्लाइट कराई, फिर दिल्ली पहुँचे, दिल्ली से ये घर पे आए। ना वहाँ के कोई NGO वगैरह जो हमारे इधर से है या और कई भी कंट्री के, वो भी वहाँ पर गए हों? उनका वहाँ पे बहुत सारे NGOs हैं दूसरी कंट्रियों के, और अपने भी हैं, जैसे खालसा एड है। बहुत सारे NGOs वहाँ पे हेल्प कर रहे हैं बच्चों की और वहाँ के लोगों की भी, सबकी हेल्प कर रहे हैं। हाँ जी। 23-24 ਤਰੀਕ ਨੂੰ ਹਾਲਾਤ ਮਤਲਬ ਖਰਾਬ ਹੁੰਦੇ ਦਿਸ ਰਹੇ ਸੀ, ਤੇ ਜਦੋਂ ਤੱਕ ਤੁਸੀਂ ਆਏ ਹੋ, ਜਿਹੜੇ ਵਿਚਾਰਲਾ 5-6 ਦਿਨ ਨੇ ਉੱਥੇ ਤੁਹਾਡੀ ਰਹਿਣੀ ਸਹਿਣੀ, ਖਾਣ ਪੀਣ ਕਿਸ ਤਰ੍ਹਾਂ ਦਾ ਸੀ? ਖਾਣ ਪੀਣ ਅਸੀਂ ਤਾਂ ਹੋਸਟਲ 'ਚ ਹੀ ਸੀ। ਅੱਛਾ, ਹਾਂਜੀ। ਮਤਲਬ ਮਿਲਦਾ ਸੀ ਸਭ ਕੁਝ, ਫੈਸਿਲਿਟੀਆਂ ਸੀ ਤੁਹਾਨੂੰ? ਹਾਂ, ਸਭ ਕੁਝ ਸੀਗਾ ਉੱਥੇ, ਗਰੋਸਰੀ ਸਟੋਰਸ ਵਗੈਰਾ ਤੇ। ਤੇ ਜਦੋਂ ਤੁਸੀਂ ਬਾਰਡਰ ਤੇ ਆਏ ਹੋ, ਉੱਥੋਂ ਦੇ ਜਿਹੜੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਤੁਸੀਂ ਬਿਆਨ ਕਰਦੇ? ਬਾਰਡਰ ਤੇ ਬਹੁਤ ਭੀੜ ਸੀ ਜੀ। ਉੱਥੇ ਬੱਚੇ ਇੱਕ ਦੂਜੇ ਨਾਲ ਲੜ ਰਹੇ ਸੀ ਬਾਹਰ ਨਿਕਲਣ ਨੂੰ। ਫਿਰ 2-3 ਦਿਨ ਬਾਅਦ ਹਾਲਾਤ ਠੀਕ ਹੋਏ ਹੈ। ਫਿਰ ਲਾਈਨ ਵਾਈਜ਼ ਬੱਚੇ ਗਏ ਹੈ ਬਾਰਡਰ ਤੋਂ ਬਾਹਰ, ਫਿਰ ਥੋੜ੍ਹਾ ਜਿਹਾ ਠੀਕ ਹੋਇਆ। ਭਾਰਤ ਸਰਕਾਰ ਕਿਸ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਉੱਥੋਂ ਦੇ ਬੱਚਿਆਂ ਨੂੰ ਲਿਆਉਣ ਵਾਸਤੇ? ਭਾਰਤ ਸਰਕਾਰ ਨੇ ਕੀਤਾ ਜੀ, ਫਲਾਈਟਾਂ ਕੀਤੀਆਂ ਅਤੇ ਉੱਥੇ ਰਹਿਣ ਨੂੰ ਜਗ੍ਹਾ ਦਿੱਤੀ ਦੂਜੇ ਕੰਟਰੀ 'ਚ, ਜਿੱਦਾਂ ਰੋਮੇਨੀਆ, ਪੋਲੈਂਡ ਅਤੇ ਹੰਗਰੀ ਵਿੱਚ। ਤੇ ਜਿਵੇਂ ਮਤਲਬ ਤੁਸੀਂ ਆਏ ਹੋ, ਮਤਲਬ 에ਅਰਪੋਰਟ ਰਾਹੀਂ, ਮਤਲਬ ਇਹਦਾ ਖਰਚਾ ਭਾਰਤ ਸਰਕਾਰ ਨੇ ਚੁੱਕਿਆ? ਭਾਰਤ ਸਰਕਾਰ ਨੇ ਦਿੱਤਾ ਜੀ। ਭਾਰਤ ਸਰਕਾਰ? ਹਾਂਜੀ, ਸਾਰਾ ਕੁਝ, ਕੋਈ ਖਰਚਾ ਨਹੀਂ ਹੋਇਆ ਸਾਡਾ। ਕੋਈ ਖਰਚਾ ਨਹੀਂ ਲੱਗਿਆ ਇਹਨਾਂ ਨੂੰ, ਫ੍ਰੀ ਹੈ ਬਿਲਕੁਲ। ਸਾਰਾ ਕੁਝ ਫ੍ਰੀ ਹੋਇਆ ਜੀ। ਉੱਥੇ ਵੀ ਰਹਿਣਾ, ਅਸੀਂ ਦੂਜੀ ਕੰਟਰੀ 'ਚ ਰਹੇ ਹਾਂ 3-4 ਦਿਨ, ਉੱਥੇ ਵੀ ਅਸੀਂ ਫ੍ਰੀ ਰਹੇ ਹਾਂ, ਸਾਡਾ ਕੋਈ ਖਰਚਾ ਨਹੀਂ ਹੋਇਆ ਜੀ। ਮਾਸਟਰ ਜੀ, ਜਿਸ ਤਰ੍ਹਾਂ ਦੇਖੇ 3-4 ਦਿਨ ਹੋ ਗਏ ਮਤਲਬ, ਤੇ ਤੁਸੀਂ ਵਾਰ-ਵਾਰ ਆਪਣੇ ਬੱਚਿਆਂ ਨੂੰ ਫੋਨ ਕਰਦੇ ਸੀ। ਹਾਂਜੀ। ਤੇ ਤੁਹਾਨੂੰ ਕਿਵੇਂ ਲੱਗ ਰਿਹਾ ਸੀ? ਮਤਲਬ ਦੇਖੋ ਜੀ, ਚਿੰਤਾ ਤਾਂ ਹੁੰਦੀ ਹੈ ਵੀ ਜਦੋਂ ਵੀ ਆਪਣਾ ਕੋਈ ਬੇਟਾ ਹੈ ਜਾਂ ਬੇਟੀ ਹੈ, ਜਿਨ੍ਹਾਂ ਦੇ ਵੀ ਕੋਈ ਵੀ ਹੈ, ਚਾਹੇ ਪੰਜਾਬ ਦੇ ਹੈ, ਹਰਿਆਣਾ, ਹਿਮਾਚਲ, ਹੋਰ ਵੀ ਆਪਣੇ ਸੂਬਿਆਂ ਦੇ ਬੱਚੇ ਉੱਥੇ ਗਏ ਹੋਏ ਸੀ, ਤਾਂ ਓਬੀਅਸਲੀ ਆਪਾਂ ਕਹਿ ਸਕਦੇ ਹਾਂ ਵੀ ਚਿੰਤਾ ਤਾਂ ਹੁੰਦੀ ਹੋਇਆ ਸਭ ਨੂੰ। ਲੇਕਿਨ ਵੀ ਸਾਡਾ ਪਲੱਸ ਪੁਆਇੰਟ ਇਹ ਰਿਹਾ ਕਿ ਇਹ ਬੇਟਾ ਰੋਮਾਨੀਆ ਦੇ ਬਾਰਡਰ ਦੇ ਨਜ਼ਦੀਕ ਹੀ ਯੂਨੀਵਰਸਿਟੀ ਹੈ, ਚਰਨੀਵੇਟਸੀ ਸ਼ਹਿਰ ਹੈ ਇੱਕ, ਉੱਥੇ ਸੀ, ਅਤੇ 30 ਕਿਲੋਮੀਟਰ ਦੂਰ ਹੈ ਉਹ, ਵੀ ਸਾਨੂੰ ਇਹ ਪਲੱਸ ਪੁਆਇੰਟ ਰਿਹਾ। ਲੇਕਿਨ ਬਹੁਤ ਸਾਰੇ ਬੱਚੇ ਆਪਣੇ ਖਾਰਕੀਵ ਅਤੇ ਕੀਵ 'ਚ ਫਸੇ ਹੋਏ ਸੀ, ਜਿਹੜੇ ਜੋ ਯੂਨੀਵਰਸਿਟੀਆਂ ਕੀਵ ਅਤੇ ਖਾਰਕੀਵ ਸੀ, ਉੱਥੇ ਉਹਨਾਂ ਨੂੰ ਬਹੁਤ ਮੁਸ਼ਕਿਲਾਂ ਆਈਆਂ। ਅਤੇ ਮੁਸ਼ਕਿਲਾਂ ਤਾਂ ਇਹਨਾਂ ਨੂੰ ਵੀ ਆਈਆਂ ਕਿਉਂਕਿ ਜਦੋਂ ਪੈਨਿਕ ਹੋ ਗਿਆ ਉੱਥੇ, ਬੱਚੇ ਸਟਕ ਹੋ ਗਏ। ਅਤੇ ਉਹ ਸਭ ਤੋਂ ਪਹਿਲਾਂ ਤਾਂ ਇੱਕ ਵਾਰੀ ਜਦੋਂ ਐਮਰਜੈਂਸੀ ਲੱਗੀ ਉੱਥੇ, ਤਾਂ ਜਦੋਂ ਦੁਕਾਨਾਂ, ਗਰੋਸਰੀ ਸਟੋਰ ਅਤੇ ਹੋਰ ਸਾਰੇ ਬੰਦ ਹੋ ਗਏ ਅਤੇ ATMs ਬੰਦ ਹੋ ਗਏ, ਤਾਂ
ਜਦੋਂ ਫੋਨ ਆਇਆ ਅਸੀਂ ਫੋਨ ਕੀਤਾ ਤਾਂ ਵੀ ਬਹੁਤ ਸਾਨੂੰ ਚਿੰਤਾ ਹੋਈ ਕਿ ਵੀ ਬਹੁਤ ਮੁਸ਼ਕਿਲ ਹਾਲਾਤ ਹੈ ਉੱਥੇ। ਲੇਕਿਨ ਹੌਲੀ ਹੌਲੀ ਜਿੱਥੇ ਬੇਟਾ ਰਹਿ ਰਿਹਾ ਸੀ ਉੱਥੇ ਹਾਲਾਤ ਨੋਰਮਲ ਹੋਏ ਅਤੇ ਜਦੋਂ ਉੱਥੋਂ ਦੀ ਗਵਰਨਮੈਂਟ ਨੇ ਅਤੇ ਆਪਣੀ ਗਵਰਨਮੈਂਟ ਨੇ ਵੀ ਇਸ ਨੂੰ ਬਾਹਰ ਕੱਢਣ ਵਾਸਤੇ ਸਹਾਇਤਾ ਕਰੀ। ਇਹ ਲਾਓ ਵੀ ਬੱਸਾਂ ਰਾਹੀਂ ਅਤੇ ਅੱਗੋਂ ਫਿਰ ਏਅਰਪੋਰਟ ਤੋਂ ਪਲੇਨ ਭੇਜੇ ਆਪਣੀ ਸਰਕਾਰ ਨੇ। ਅਤੇ ਮੈਂ ਸਮਝਦਾ ਵੀ ਬਹੁਤ ਵਧੀਆ ਉਪਰਾਲਾ ਕੀਤਾ ਅਤੇ ਸਾਰੇ ਜੋ ਭਾਰਤ ਦੇ ਬੱਚੇ ਹੈ ਉਹ ਆ ਰਹੇ ਹੈ ਅਤੇ ਨਿਰੋਲ ਮੈਂ ਸਮਝਦਾ ਵੀ ਸਰਕਾਰ ਦੀ ਹੀ ਆਪਾਂ ਕਹਿ ਦਈਏ ਵੀ ਜ਼ਿੰਮੇਵਾਰੀ ਤਾਂ ਕੋਈ ਨਹੀਂ ਹੈ, ਕਿਉਂਕਿ ਜਦੋਂ ਆਪਾਂ ਆਪਣੇ ਖਰਚੇ 'ਤੇ ਜਾ ਰਹੇ ਹਾਂ ਅਤੇ ਆਪਾਂ ਜਦੋਂ ਆਪਣੇ ਰਿਸਕ 'ਤੇ ਜਾ ਰਹੇ ਹਾਂ, ਸਰਕਾਰ ਦੀ ਕੋਈ ਜ਼ਿੰਮੇਵਾਰੀ ਤਾਂ ਨਹੀਂ ਬਣਦੀ। ਲੇਕਿਨ ਇਹ ਹੈ ਵੀ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਸਰਕਾਰ ਤੋਂ ਬਿਨਾਂ ਕੋਈ ਹੈਲਪ ਵੀ ਨਹੀਂ ਕਰ ਸਕਦਾ। ਅਤੇ ਮੈਂ ਸਮਝਦਾ ਭਾਰਤ ਸਰਕਾਰ ਨੇ, ਪੰਜਾਬ ਸਰਕਾਰ ਨੇ ਵੀ ਆਪਾਂ ਕਹਿ ਸਕਦੇ ਹਾਂ ਵੀ ਚਲੋ ਟੱਚ 'ਚ ਰਹੇ ਸਾਡੇ ਪੰਜਾਬ ਸਰਕਾਰ ਦੇ ਅਧਿਕਾਰੀ, ਆਪਣੇ DC ਸਾਹਿਬ ਅਤੇ ਹੋਰ ਇੰਟੈਲੀਜੈਂਸ ਵਿੰਗ ਹੈ ਜਿਹੜਾ, ਉਹਨਾਂ ਨੇ ਹਮੇਸ਼ਾ ਸਾਡੇ ਤੋਂ ਪੁੱਛਦੇ ਰਹੇ। ਅਤੇ ਸਭ ਤੋਂ ਵੱਡਾ ਜਿਹੜਾ ਇਨੀਸ਼ੀਏਟਿਵ ਲਿਆ ਮੋਦੀ ਸਰਕਾਰ ਨੇ ਵੀ ਜਲਦੀ ਤੋਂ ਜਲਦੀ ਬੱਚੇ ਜਿਹੜੇ ਬਾਹਰ ਕੱਢੇ ਉੱਥੋਂ। ਅਤੇ ਮੈਂ ਸਮਝਦਾ ਵੀ ਇੱਕ ਪਲੱਸ ਪੁਆਇੰਟ ਹੈ ਸਾਡਾ ਵੀ ਇਸ ਤਰ੍ਹਾਂ ਦੀ ਗਵਰਨਮੈਂਟ ਹੈ ਸਾਡੇ ਕੋਲ ਕਿ ਉਹਨਾਂ ਨੇ ਬੱਚੇ ਬਾਹਰ ਲਿਆਏ। ਅਤੇ ਆਪਾਂ ਸਮਝ ਸਕਦੇ ਹਾਂ ਕਿ ਮਾਤਾ ਪਿਤਾ ਦਾ ਜਿਹੜਾ ਦਰਦ ਹੈ, ਹੁਣ ਵੀ ਬਹੁਤ ਸਾਰੇ ਬੱਚੇ ਫਸੇ ਹੋਏ ਹੈ ਖਾਰ ਖੀਵ ਅਤੇ ਕੀਵ 'ਚ। ਉਹ ਬੱਚਿਆਂ ਦਾ ਸਭ ਤੋਂ ਵੀ ਆਪਾਂ ਕਹਿ ਸਕਦੇ ਹਾਂ ਕਿ ਮਾੜਾ ਟਾਈਮ ਹੈ ਉੱਥੇ, ਕਿਉਂਕਿ ਉੱਥੇ ਪਹੁੰਚਣਾ ਅਸੰਭਵ ਹੈ। ਜੇ ਕੋਈ ਗਵਰਨਮੈਂਟ ਹੈ ਜਾਂ ਕੋਈ ਅਫੀਸ਼ੀਅਲ ਹੈ, ਆਪਣੇ ਇੰਡੀਅਨ ਐਮਬੈਸੀ ਹੈ ਜਾਂ ਹੋਰ ਕੋਈ ਹੈ, ਉੱਥੇ ਪਹੁੰਚਣਾ ਬੜਾ ਮੁਸ਼ਕਿਲ ਹੈ ਉਹਨਾਂ ਵਾਸਤੇ, ਕਿਉਂਕਿ ਗੋਲੀਬਾਰੀ 'ਚ ਕੋਈ ਨਹੀਂ ਜਾਣਾ ਚਾਹੁੰਦਾ। ਜਿਵੇਂ ਬੱਸਾਂ ਹੈ ਜਾਂ ਬੱਸਾਂ ਵਾਲੇ ਹੈ, ਕਿਰਾਏਦਾਰ ਹੈ, ਜਾਂ ਉਹ ਵੀ ਨਹੀਂ ਜਾ ਸਕਦੇ। ਅਤੇ ਬੱਚਿਆਂ ਨੂੰ ਉੱਥੋਂ ਤਾਂ ਇੱਕ ਵਾਰੀ ਆਪਣੇ ਆਪ ਹੀ ਨਿਕਲਣਾ ਪਊਗਾ, ਬੋਰਡਰਾਂ ਦੇ ਨੇੜੇ ਪਹੁੰਚਣਾ ਪਊਗਾ, ਤਾਂ ਉਹ ਕੋਈ ਵੀ ਇੰਡੀਅਨ ਗਵਰਨਮੈਂਟ ਹੈ ਜਾਂ ਹੋਰ ਕੋਈ ਸਹਾਇਤਾ ਉਹਨਾਂ ਦੀ ਕਰ ਸਕਦੇ ਹੈ। ਲੇਕਿਨ ਬਹੁਤ ਅਸੀਂ ਲੱਕੀ ਹਾਂ ਕਿ ਸਾਡਾ ਬੇਟਾ ਇੱਥੇ ਆ ਗਿਆ। ਥੈਂਕ ਯੂ। ਅਤੇ ਗੌਰਮੈਂਟ ਦਾ ਤੁਸੀਂ ਕਿਸ ਤਰ੍ਹਾਂ ਧੰਨਵਾਦ ਕਰਦੇ ਹੋ? ਦੇਖੋ, ਗਵਰਨਮੈਂਟ ਦਾ ਤਾਂ ਧੰਨਵਾਦ ਕਰਨਾ ਬਣਦਾ ਹੀ ਸਾਡਾ। ਬੜਾ ਵੀ ਉਪਰਾਲਾ ਕੀਤਾ ਹੈ ਇੰਡੀਅਨ ਗਵਰਨਮੈਂਟ ਨੇ ਅਤੇ ਮੋਦੀ ਸਰਕਾਰ ਨੇ। ਕਹਿ ਸਕਦੇ ਹਾਂ ਕਿ ਵੀ ਜੋ ਉਹਨਾਂ ਨੇ ਕਰਿਆ ਹੈ ਸਾਡੇ ਵਾਸਤੇ, ਜਾਂ ਜੋ ਬੱਚੇ ਗਏ ਹੋਏ ਸੀ, ਕਿਉਂਕਿ ਇਹਨਾਂ ਨੂੰ ਉੱਥੇ ਕੋਈ ਨਹੀਂ ਜਾਣਦਾ, ਇੰਡੀਅਨ ਅੰਬੈਸੀ ਹੀ ਸੀ ਜੋ ਇਹਨਾਂ ਦੀ ਸਹਾਇਤਾ ਕਰ ਸਕਦੀ ਸੀ। ਇਸ ਕਰਕੇ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਬੜਾ ਵੀ ਵਧੀਆ ਲੱਗਿਆ ਕਿ ਬੱਚੇ ਸਾਡੇ ਵਾਪਸ ਆ ਗਏ। ਦੇਖੋ, ਪੜ੍ਹਾਈ ਤਾਂ ਹੁੰਦੀ ਰਹਿੰਦੀ ਹੈ, ਚਲੋ 2 ਮਹੀਨੇ 4 ਮਹੀਨੇ ਸਾਲ ਹੋਰ ਲੇਟ ਹੋ ਜਾਵਾਂਗੇ, ਲੇਕਿਨ ਜਾਣ ਤੋਂ ਵਧੀਆ ਤਾਂ ਵੱਡਾ ਤਾਂ ਨਹੀਂ ਕੁਛ। ਇਹ ਚੀਜ਼ਾਂ ਹੈ ਜੋ ਦੇਖੋ ਸਾਨੂੰ ਚਿੰਤਾ ਹੈ ਵੀ, ਡਿਗਰੀ ਦੀ ਵੀ ਚਿੰਤਾ ਹੈ, ਕਿਉਂਕਿ ਸਿਰਫ 2 ਮਹੀਨੇ ਬਾਕੀ ਸੀ। ਤਾਂ 2 ਮਹੀਨੇ ਦਾ ਅੱਗੋਂ ਕੀ ਹੋਊਗਾ, ਕੀ ਸਮਾਂ ਬੀਤੇਗਾ, ਕੀ ਪ੍ਰੋਸੀਜਰ ਹੋਊਗਾ, ਕਿਉਂਕਿ ਅਜੇ ਕੋਈ ਪਤਾ ਨਹੀਂ ਹੈ। ਨਹੀਂ ਤਾਂ ਜੂਨ 'ਚ ਇਹਨਾਂ ਨੂੰ ਡਿਗਰੀ ਮਿਲ ਜਾਣੀ ਸੀ, ਕਿਉਂਕਿ ਲਾਸਟ ਈਅਰ ਸੀ। ਅਤੇ ਉਸ ਤੋਂ ਬਾਅਦ ਆਪਣੀ ਉਰੇ ਪ੍ਰੈਕਟਿਸ ਕਰਦੇ ਜਾਂ ਇੰਟਰਨਸ਼ਿਪ ਕਰਦੇ ਆ ਕੇ, ਤਾਂ ਹੁਣ ਪ੍ਰੋਸੈਸ ਲੰਬਾ ਹੋ ਗਿਆ। ਅਤੇ ਇਸ ਕਰਕੇ ਇਹ ਵੀ ਚਿੰਤਾ ਹੈ ਕਿ ਸਾਰੇ ਜਿਹੜੇ ਭਾਰਤ ਦੇ ਜਿੰਨੇ ਵੀ ਗਏ ਹੋਏ ਸੀ ਬੱਚੇ, ਅਤੇ ਉਹ ਬੱਚੇ ਵੀ ਸਫਰ ਕਰਨਗੇ, ਕਿਉਂਕਿ ਲੇਟ ਹੋਊਗਾ। ਇੱਕ ਹੋਰ ਮੈਂ ਬੇਨਤੀ ਕਰਨਾ ਚਾਹੂੰਗਾ, ਕਿਉਂਕਿ ਆਪਣੇ ਦੇਸ਼ 'ਚ ਦੇਖੋ ਛੋਟਾ ਜਿਹਾ ਦੇਸ਼ ਹੈ, ਆਪਣੇ ਦੇਸ਼ 'ਚ ਮੈਡੀਕਲ ਦੀਆਂ ਫੀਸਾਂ ਇੰਨੀ ਜ਼ਿਆਦਾ ਹੈ ਕਿ ਆਮ ਨੋਰਮਲ ਜੋ ਮੱਧ ਵਰਗ ਦਾ ਬੱਚਾ ਹੈ, ਉਹ ਬੱਚਾ ਮੈਡੀਕਲ ਦੀ ਪੜ੍ਹਾਈ ਨਹੀਂ ਕਰ ਸਕਦਾ ਪ੍ਰਾਈਵੇਟ ਤੌਰ 'ਤੇ। ਜੇ ਪ੍ਰਾਈਵੇਟ ਕਾਲਜ 'ਚ ਕੋਈ ਐਡਮਿਸ਼ਨ ਲਵੇ, ਕਰੋੜ ਤੋਂ ਉੱਪਰ 80 ਲੱਖ ਕਰੋੜ, ਇਸ ਤੋਂ ਵੱਧ ਵੀ ਜਾਂਦਾ ਖਰਚਾ ਜਾਂਦਾ ਹੈ। ਲੇਕਿਨ ਉਹ ਜੇ ਉਹਨਾਂ ਦੀ ਸਿਰਫ ਟਿਊਸ਼ਨ ਫੀਸ ਲਾਈਏ ਸਿਰਫ 25 ਕੁ ਲੱਖ ਹੈ, ਹੋਰ ਖਰਚਾ ਲਾਓ 40 ਕੁ ਲੱਖ ਰੁਪਇਆ ਆ ਸਕਦਾ, ਕੰਪਲੀਟ ਹੋ ਜਾਂਦੀ ਹੈ, ਨਾਲੇ ਵਧੀਆ ਐਜੂਕੇਸ਼ਨ ਹੈ। ਲੇਕਿਨ ਆਪਣਾ ਐਡਾ ਦੇਸ਼ ਹੈ,
ਇੰਨੇ ਆਪਾਂ ਕਹਿੰਦੇ ਹਾਂ ਵੀ ਹਾਂ ਵੀ ਸਾਡਾ ਦੇਸ਼ ਬਹੁਤ ਮਹਾਨ ਹੈ, ਲੇਕਿਨ ਹੁਣ ਤੱਕ ਇਸ ਪੱਖੋਂ ਇੰਨੇ ਸਾਲ ਹੋ ਗਏ ਸਾਨੂੰ ਆਜ਼ਾਦ ਹੋਏ, ਹੁਣ ਇਸ ਪੱਖੋਂ ਬਹੁਤ ਅਸੀਂ ਪਿੱਛੇ ਹਾਂ। ਜਦੋਂ ਮੈਡੀਕਲ, ਇੰਜੀਨੀਅਰਿੰਗ ਅਤੇ ਦੂਜੇ ਕੋਰਸ ਆਪਾਂ ਆਪਣੇ ਕਾਲਜਾਂ 'ਚ ਨਹੀਂ ਕਰਾਵਾਂਗੇ ਤਾਂ ਆਪਣੇ ਦੇਸ਼ ਦਾ ਪੈਸਾ ਹੈ ਜਿਹੜਾ ਬਾਹਰ ਜਾਂਦਾ ਰਹੂਗਾ, ਅਤੇ ਆਪਾਂ ਨੂੰ ਆਰਥਿਕ ਤੌਰ 'ਤੇ ਵੀ, ਸਰਕਾਰ ਨੂੰ ਵੀ ਅਤੇ ਬੱਚਿਆਂ ਨੂੰ ਵੀ, ਮਾਪਿਆਂ ਨੂੰ ਨੁਕਸਾਨ ਹੁੰਦਾ ਹੀ ਰਹੇਗਾ। ਅਤੇ ਮੈਂ ਆਸ ਕਰਦਾ ਵੀ ਅੱਗੋਂ ਜਿਹੜੀ ਸਰਕਾਰਾਂ ਹੈ, ਕੋਈ ਵੀ ਹੈ ਸਰਕਾਰ, ਭਾਵੇਂ ਕਿਸੇ ਦੀ ਵੀ ਹੈ, ਕੋਈ ਪਾਰਟੀ ਦੀ ਹੈ, ਲੇਕਿਨ ਇਸ ਬਾਰੇ ਸੋਚਣ ਕਿ ਵੀ ਸਾਡੇ ਦੇਸ਼ 'ਚ ਮੈਡੀਕਲ ਕਾਲਜ ਤੋਂ ਵੱਧ ਹੋਣ, ਕਿਉਂਕਿ ਸਿੱਖਿਆ ਜਿਹੜੀ ਸਿਹਤ ਅਤੇ ਸਿੱਖਿਆ ਹੈ ਉਹ ਮੁਫਤ ਹੋਵੇ, ਅਤੇ ਮੁਫਤ ਤਾਂ ਹੋਊਗੀ ਜੇ ਸਾਡੇ ਕੋਲ ਵੱਧ ਤੋਂ ਵੱਧ ਡਾਕਟਰ ਹੋਣਗੇ, ਅਤੇ ਉਹਨਾਂ ਨੂੰ ਜੇ ਡਾਕਟਰ ਨੂੰ ਸਸਤੀ ਸਿੱਖਿਆ ਮਿਲੇਗੀ। ਜੇ ਡਾਕਟਰ ਮੰਨ ਲਓ 1 ਕਰੋੜ ਰੁਪਇਆ ਖਰਚ ਕਰਕੇ ਇੱਕ ਡਾਕਟਰ ਬਣਦਾ ਹੈ, ਉਹ ਮੁਫਤ ਸੇਵਾ ਤਾਂ ਨਹੀਂ ਕਰ ਸਕਦਾ। ਤਾਂ ਇਸ ਕਰਕੇ ਆਪਾਂ ਸੋਚਦੇ ਹਾਂ ਵੀ ਮੈਡੀਕਲ ਦੀ ਸਿੱਖਿਆ ਜੇ ਸਸਤੀ ਹੋਵੇਗੀ ਤਾਂ ਉਰੇ ਇਲਾਜ ਵੀ ਸਸਤਾ ਹੋਊਗਾ, ਤਾਂ ਇਲਾਜ ਸਸਤਾ ਹੋਊਗਾ ਤਾਂ ਆਮ ਲੋਕਾਂ ਨੂੰ ਉਸਦਾ ਫਾਇਦਾ ਹੋਊਗਾ। ਇਸ ਕਰਕੇ ਮੈਂ ਸੋਚਦਾ ਵੀ ਆਪਣੇ ਦੇਸ਼ 'ਚ ਇਸ ਚੀਜ਼ ਵੱਲ ਬਹੁਤ ਧਿਆਨ ਦਿੱਤਾ ਜਾਵੇ। ਬੱਚੇ ਆਪਣੇ ਬਾਹਰ ਨਾ ਜਾਣ, ਕਿਸੇ ਨੂੰ, ਮਾਤਾ ਪਿਤਾ ਨੂੰ ਆਪਣਾ ਪੁੱਤ ਨਾ ਖੋਣਾ ਪਵੇ। ਮੈਂ ਸੋਚਦਾ ਵੀ ਇਹ ਸਭ ਤੋਂ ਵਧੀਆ ਗੱਲ ਹੋਵੇ ਜੇ ਆਪਾਂ ਇਸ ਚੀਜ਼ ਤੋਂ ਆਪਾਂ ਸਬਕ ਲੈਣਾ ਚਾਹੁੰਦੇ ਹਾਂ, ਆਪਣੀ ਸਰਕਾਰਾਂ ਸਬਕ ਲੈਣੀਆਂ ਚਾਹੁੰਦੀਆਂ। ਇੰਨੇ ਪੈਸੇ ਨਾ ਖਰਚਣੇ ਪੈਣ। ਹੁਣ ਬਾਰ-ਬਾਰ ਜੋ ਉੱਥੋਂ ਕੱਢੇ ਜਾਂਦੇ ਆ, ਆਪਣੇ ਬੱਚੇ ਬਾਹਰ ਪੜ੍ਹਦੇ ਆ, ਉਹ ਜਦੋਂ ਵੀ ਕੋਈ ਉੱਥੇ ਕ੍ਰਾਈਸਿਸ ਹੁੰਦਾ ਹੈ ਤਾਂ ਆਪਣੀ ਸਰਕਾਰ ਨੂੰ ਬਾਹਰ ਕੱਢਣੇ ਪੈਂਦੇ ਆ। ਕਿਉਂ ਕੱਢਣੇ ਪੈਂਦੇ? ਜੇ ਨਾ ਹੀ ਜਾਣ ਬੱਚੇ ਕਿਉਂ ਜਾਂਦੇ ਆ? ਕਿਉਂਕਿ ਉਹਨਾਂ ਨੂੰ ਕੁਆਲਿਟੀ ਸਿੱਖਿਆ ਅਤੇ ਸਸਤੀ ਸਿੱਖਿਆ ਮਿਲਦੀ ਹੈ ਉੱਥੋਂ। ਇਸ ਕਰਕੇ ਇਹ ਜ਼ਰੂਰ ਮੈਂ ਬੇਨਤੀ ਕਰੂੰਗਾ, ਦੇਖੋ ਬੱਚੇ ਆ ਗਏ, ਠੀਕ ਹੈ, ਬਹੁਤ ਵਧੀਆ ਲੱਗਿਆ ਸਾਨੂੰ ਵੀ ਸਰਕਾਰ ਨੇ ਕੱਢੇ ਹੈ, ਲੇਕਿਨ ਇਸ ਤੋਂ ਪਹਿਲਾਂ ਜੇ ਆਪਾਂ ਇਹ ਕੰਮ ਕਰੀਏ ਵੀ ਆਪਣੇ ਬੱਚਿਆਂ ਨੂੰ ਸਸਤੀ ਸਿੱਖਿਆ ਮਿਲੀਏ ਤਾਂ ਬਹੁਤ ਆਪਣਾ ਵਧੀਆ ਕੰਮ ਹੋ ਜਾਏਗਾ ਸਰਕਾਰਾਂ ਵੱਲੋਂ। ਇਹ ਥੋੜ੍ਹੀ ਜਿਹੀ ਹੋਰ ਜਾਣਕਾਰੀ ਸਾਨੂੰ ਦਿਓ, ਜਿਵੇਂ ਆਪਣੇ ਪੰਜਾਬ ਦੇ ਬੱਚੇ ਜਿਹੜੇ ਗਏ ਹੋਏ ਨੇ, ਮਤਲਬ ਜਿਹੜੇ ਉੱਥੋਂ ਵਾਪਸ ਆ ਗਏ, ਮਤਲਬ ਏਅਰ ਇੰਡੀਆ ਰਾਹੀਂ ਦਿੱਲੀ, ਮਤਲਬ ਕੀ ਆਪਣੀ ਪੰਜਾਬ ਸਰਕਾਰ ਉਹਨਾਂ ਨੂੰ ਲਿਆਉਣ ਵਾਸਤੇ ਕੋਈ ਉਪਰਾਲਾ ਕਰ ਰਹੀ ਹੈ? ਦੇਖੋ ਜੀ, ਸਾਨੂੰ ਪਤਾ ਲੱਗਿਆ ਸੀ ਵੀ ਪੰਜਾਬ ਸਰਕਾਰ ਕਰ ਰਹੀ ਹੈ ਉਪਰਾਲਾ। ਸਾਡੇ ਨਾਲ ਮਤਲਬ ਰਾਬਤਾ ਵੀ ਰੱਖਿਆ ਉਹਨਾਂ ਨੇ, ਇੰਟੈਲੀਜੈਂਸ ਵਿੰਗ ਨੇ, ਅਤੇ DC ਆਫਿਸ ਸੰਗਰੂਰ ਤੋਂ, ਚੰਡੀਗੜ੍ਹ ਤੋਂ ਵੀ, ਹੈੱਡਕੁਆਟਰ ਤੋਂ, ਅਤੇ ਕਾਫੀ ਜ਼ਿਲ੍ਹਿਆਂ ਦੇ ਜਿਹੜੇ ਹੈੱਡਕੁਆਟਰਸ ਤੋਂ ਵੀ ਫੋਨ ਆਏ ਸੀ। ਅਤੇ ਜਦੋਂ ਵੀ ਇਹਨਾਂ ਨੇ ਮਤਲਬ ਅਸੀਂ ਲੈ ਕੇ ਆਉਣਾ ਸੀ ਬੱਚਾ ਦਿੱਲੀ ਤੋਂ, ਤਾਂ ਸਾਡੇ ਕੋਲ ਫੋਨ ਆਏ ਸੀ, ਲੇਕਿਨ ਅਸੀਂ ਪ੍ਰੈਫਰ ਕੀਤਾ ਕਿ ਅਸੀਂ ਵੀ ਆਪ ਲੈ ਆਵਾਂਗੇ, ਕੋਈ ਨਹੀਂ ਗੱਲ। ਵੈਸੇ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਵੀ ਮਤਲਬ ਵਧੀਆ ਉਪਰਾਲਾ, ਹਾਂਜੀ, ਬਹੁਤ ਵਧੀਆ ਹੈਲਪ ਕਰੀ ਹੈ ਜੀ, ਐਸੀ ਗੱਲ ਨਹੀਂ। ਚਲੋ ਪੰਜਾਬ ਸਰਕਾਰ ਨੇ ਵੀ ਵਧੀਆ ਕੀਤਾ। ਚਲੋ ਕੋਆਰਡੀਨੇਸ਼ਨ ਨਾਲ ਹੀ ਹੁੰਦਾ ਜੀ, ਪੰਜਾਬ ਸਰਕਾਰ, ਇੰਡੀਅਨ ਗੌਰਮੈਂਟ ਦੋਨਾਂ ਨੇ ਮਿਲ ਕੇ ਬੜਾ ਵਧੀਆ ਉਪਰਾਲਾ ਕੀਤਾ। ਜਿਸ ਤਰ੍ਹਾਂ ਕਿ ਚਲੋ ਆਪਾਂ ਕਹਿ ਸਕਦੇ ਹਾਂ ਵੀ ਜੇ ਕੋਆਰਡੀਨੇਸ਼ਨ ਨਾ ਹੋਵੇ ਤਾਂ ਵਧੀਆ ਤਰੀਕੇ ਨਾਲ ਨਹੀਂ ਆਪਾਂ ਕਰ ਸਕਦੇ ਸੀ। ਇਹ ਬਹੁਤ ਸਹਿਯੋਗ ਰਿਹਾ ਪੰਜਾਬ ਸਰਕਾਰ ਦਾ ਵੀ। ਕੋਈ ਤੁਹਾਡੀ ਜਾਣਕਾਰੀ 'ਚ ਹੋਏ ਆਪਣਾ ਜਿਹੜਾ ਇਹ ਏਰੀਆ ਹੈਗਾ, ਮਤਲਬ ਇਹ 'ਚ ਕਿੰਨੇ ਕੁ ਬੱਚੇ ਹੋਰ ਗਏ ਹੋਣ, ਕਿੰਨੇ ਕੋਈ ਆ ਗਏ ਜਾਂ ਉੱਥੇ ਰਹੇ ਹੋਏ ਨੇ, ਕੋਈ ਹੈ ਜਾਣਕਾਰੀ ਇਹਦੇ ਬਾਰੇ? ਹਾਂਜੀ, ਖਨੌਰੀ ਤੋਂ ਹੈ ਇੱਕ ਬੱਚਾ ਜੀ, ਉਹ ਆ ਗਿਆ, ਪਹਿਲਾਂ ਹੀ ਆ ਗਿਆ ਸੀ। ਅਤੇ ਇੱਕ ਲੜਕੀ ਹੈ ਮੰਡਵੀ ਤੋਂ ਜੀ, ਉਹ ਸ਼ਾਇਦ ਅਜੇ ਨਹੀਂ ਪਹੁੰਚੀ ਜੀ। ਉਹ ਕਿਹੜੇ ਸ਼ਹਿਰ 'ਚ ਹੋ ਸਕਦੀ ਹੈ, ਕੋਈ ਜਾਣਕਾਰੀ? ਉਹ ਖਾਰਕੀਵ 'ਚ ਹੈ ਜੀ, ਸ਼ਾਇਦ ਖਾਰਕੀਵ 'ਚ। ਉੱਥੋਂ ਦੇ ਹਾਲਾਤਾਂ ਬਾਰੇ ਕੋਈ? ਖਾਰਕੀਵ 'ਚ ਤਾਂ ਬਹੁਤ ਮਾੜੇ ਹਾਲਾਤ ਹੈ ਜੀ, ਅਤੇ ਕੀਵ 'ਚ ਬਹੁਤ ਮਾੜੇ ਹਾਲਾਤ ਹੈ। ਨਾਲ ਦੇ ਨਾਲ ਹੋਰ ਜਿਹੜੇ ਨੇੜੇ ਦੇ ਸ਼ਹਿਰ ਹੈ, ਕਾਫੀ ਮਾੜੇ ਹਾਲਾਤ ਹੈ ਉਹਨਾਂ ਦੇ। ਵੈਸੇ ਮੈਨੂੰ ਗੁੜੀਆ ਬਾਰੇ ਇੰਨਾ ਪਤਾ ਨਹੀਂ ਹੈ ਵੀ ਕਿਹੜੇ ਸ਼ਹਿਰ 'ਚ ਹੈ, ਲੇਕਿਨ ਅਜੇ ਪਹੁੰਚੀ ਨਹੀਂ ਉਹ। ਅੱਜ ਹੀ ਮੈਂ ਪਤਾ ਕੀਤਾ ਸੀ ਮੰਡਵੀ, ਅਤੇ ਅਜੇ ਪਹੁੰਚੇ ਨਹੀਂ ਉਹ। ਲੇਕਿਨ ਵੀ ਆਸ ਕਰਦਾ ਕਿ ਪਰਮਾਤਮਾ ਤੋਂ ਆਸ ਕਰਦਾ ਵੀ, ਗੁਜ਼ਾਰਿਸ਼ ਕਰਦਾ, ਪ੍ਰਾਰਥਨਾ ਕਰਦਾ ਕਿ ਗੁੜੀਆ ਛੇਤੀ ਤੋਂ ਛੇਤੀ ਆਪਣੇ ਪਿੰਡ ਪਹੁੰਚ ਜਾਏ ਮਾਪਿਆਂ ਕੋਲ, ਕਿਉਂਕਿ ਲੜਕੀਆਂ ਨੂੰ ਹੋਰ ਵੀ ਪਰੇਸ਼ਾਨੀ ਹੈ, ਕਿਉਂਕਿ ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈ ਉੱਥੇ।
ਹਾਲਾਤ ਇਸ ਤਰ੍ਹਾਂ ਦੇ ਨਹੀਂ ਹੈ ਕਿ ਵੀ ਇੱਕ ਲੇਡੀਜ਼ ਹੈ ਜੋ ਇਕੱਲੀ ਰਹਿ ਸਕੇ, ਗੁੜੀਆ ਇਕੱਲੀ ਰਹਿ ਸਕੇ। ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈ ਹੁਣ ਉੱਥੇ। ਪਹਿਲਾਂ ਕੋਈ ਖਤਰਾ ਨਹੀਂ ਸੀ, ਬਹੁਤ ਪੀਸਫੁਲ ਕੰਟਰੀ ਹੈ, ਲੇਕਿਨ ਹੁਣ ਹਾਲਾਤ ਮਾੜੇ ਹੋ ਚੁੱਕੇ ਉੱਥੇ ਇਹ ਚੀਜ਼ਾਂ ਦੀ। ਜਿਵੇਂ ਮਾਸਟਰ ਜੀ ਤੁਸੀਂ ਆਪ ਮਤਲਬ ਥੋੜ੍ਹੀ ਸਾਨੂੰ ਜਾਣਕਾਰੀ ਦਿਓ, ਜਿਵੇਂ ਇੱਥੇ ਦੀ ਸਿੱਖਿਆ ਮਤਲਬ ਬਹੁਤ ਮਹਿੰਗੀ ਹੈ, ਬਾਹਰ ਜਾ ਕੇ ਸਾਡੇ ਬੱਚੇ ਉੱਥੇ ਜਾ ਕੇ ਪੜ੍ਹਾਈ ਕਰਦੇ ਨੇ, ਉਹ ਸਸਤੀ ਹੈ ਸਿੱਖਿਆ, ਕਿ ਉਸ ਤਰ੍ਹਾਂ ਦੀ ਸਿੱਖਿਆ ਸਾਡੇ ਵੀ ਦੇਸ਼ 'ਚ ਹੋਵੇ, ਕਿਉਂ ਸਾਡੇ ਬੱਚੇ ਬਾਹਰ ਜਾਣ, ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓਗੇ ਜੀ? ਹਾਂਜੀ ਬਿਲਕੁਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ, ਮੇਰਾ ਨਾਮ ਰਜਿੰਦਰ ਕੁਮਾਰ ਹੈ ਅਤੇ ਇਹ ਰਮਨਦੀਪ ਜੋ ਯੂਕਰੇਨ ਤੋਂ ਆਏ ਨੇ, ਇਹ ਮੇਰਾ ਭਾਣਜਾ ਹੈ ਜੀ ਸਕਾ। ਸੋ ਦੋ ਕਾਰਨ ਮੈਂ ਸਮਝਦਾ ਇਸ ਦੇ ਕਿ ਬੱਚਿਆਂ ਨੂੰ ਬਾਹਰ ਜਾਣ ਦੇ ਜਿਹੜੇ ਕਾਰਨ ਨੇ ਆਪਣੇ ਮੈਡੀਕਲ ਸਿੱਖਿਆ ਲੈਣ ਲਈ। ਇੱਕ ਤਾਂ ਇਹੀ ਹੈ ਕਿ ਆਪਣੀ ਮਹਿੰਗੀ ਹੈ ਜੀ ਸਿੱਖਿਆ, ਮੈਡੀਕਲ ਦੀ ਜਿੰਨੀ ਵੀ ਪੜ੍ਹਾਈ ਹੈ ਬਹੁਤ ਜ਼ਿਆਦਾ ਮਹਿੰਗੀ ਹੈ। ਜੋ ਗਰੀਬ ਪਰਿਵਾਰਾਂ ਦੇ ਬੱਚੇ ਨੇ, ਹਾਲਾਂਕਿ ਉਹ ਇੰਟੈਲੀਜੈਂਟ ਬਹੁਤ ਹੁੰਦੇ ਨੇ ਬੱਚੇ, ਅਤੇ ਮਜਬੂਰੀ ਦੇ ਵਿੱਚ ਪੈਸੇ ਦੀ ਘਾਟ ਕਰਕੇ ਉਹਨਾਂ ਨੂੰ ਬਾਹਰ ਜਾਣਾ ਪੈਂਦਾ ਹੈ। ਦੂਸਰੀ ਜਿਹੜਾ ਕਾਰਨ ਇਸ ਦਾ ਮੈਂ ਸਮਝਦਾ ਉਹ ਰਿਜ਼ਰਵੇਸ਼ਨ ਵੀ ਹੈਗੀ ਹੈ ਜੀ। ਬਹੁਤ ਜਿੰਨੇ ਵੀ ਮਤਲਬ ਯੂਕਰੇਨ ਦੇ ਵਿੱਚ ਬੱਚੇ ਨੇ, ਉਹ ਤਕਰੀਬਨ ਮੈਂ 99% ਕਹਿ ਸਕਦਾ ਵੀ ਉਹ ਜਨਰਲ ਕੈਟਾਗਰੀ ਦੇ ਬੱਚੇ ਨੇ ਸਾਰੇ, ਕਿਉਂਕਿ ਇੱਥੇ ਉਹਨਾਂ ਦਾ ਐਡਮਿਸ਼ਨ ਨਹੀਂ ਹੁੰਦਾ ਹੈਗਾ। ਵਧੀਆ ਨੰਬਰ ਨੀਟ ਦੇ ਵਿੱਚ ਵਧੀਆ ਮਤਲਬ ਸਕੋਰ ਕਰਨ ਦੇ ਬਾਵਜੂਦ ਵੀ ਉਹਨਾਂ ਦਾ ਜੋ ਹੈ ਇੱਥੇ ਐਡਮਿਸ਼ਨ ਨਹੀਂ ਹੁੰਦਾ। ਇਹ ਦੋ ਕਾਰਨਾਂ ਕਰਕੇ ਬੱਚੇ ਜੋ ਹੈ ਆਪਣੇ ਹੋਰ ਕੰਟਰੀਜ਼ ਵੱਲ ਰੁਖ ਕਰਦੇ ਨੇ ਉੱਥੇ, ਕਿਉਂਕਿ ਉਹਨਾਂ ਨੂੰ ਸਸਤਾ ਵੀ ਹੈ, ਸਸਤੀ ਪੈਂਦੀ ਹੈ। ਕਿ ਜਿਵੇਂ ਆਪਣੇ ਇੰਡੀਆ ਦੇ ਵਿੱਚ ਤਾਂ ਲਗਭਗ 1 ਕਰੋੜ ਤੋਂ ਬਿਨਾਂ MBBS ਦੀ ਡਿਗਰੀ ਕੋਈ ਨਹੀਂ ਕਰ ਸਕਦਾ, ਠੀਕ ਹੈ ਜੀ, ਪਰ ਬਾਹਰਲੇ ਕੰਟਰੀ ਦੇ ਵਿੱਚ 25 ਤੋਂ 30 ਲੱਖ ਦੇ ਵਿੱਚ ਉਹਨਾਂ ਦੀ ਡਿਗਰੀ ਉੱਥੇ ਹੋ ਜਾਂਦੀ ਹੈ। ਅਤੇ ਰਹਿਣ ਸਹਿਣ ਦਾ ਖਰਚਾ ਵੀ ਲਗਾ ਕੇ ਜੇ ਮੰਨ ਲਓ 5-7 ਲੱਖ 10 ਲੱਖ ਰੁਪਈਆ ਹੋਰ ਮੰਨ ਲਈਏ ਆਪਾਂ, ਤਾਂ 40 ਕੁ ਲੱਖ ਦੇ ਵਿੱਚ ਉੱਥੇ ਬੱਚਾ MBBS ਦੀ ਡਿਗਰੀ ਕੰਪਲੀਟ ਕਰ ਜਾਂਦਾ ਹੈ। ਸੋ ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਾਂਗੇ ਕਿ ਸਿੱਖਿਆ ਨੂੰ ਜੋ ਹੈ ਐਜੂਕੇਸ਼ਨ ਨੂੰ, ਮੈਡੀਕਲ ਐਜੂਕੇਸ਼ਨ ਹੈ ਜਾਂ ਹੋਰ ਵੀ ਐਜੂਕੇਸ਼ਨ ਹੈਗੀ ਜਿਹੜੀ, ਉਹ ਆਪਣੇ ਸਸਤੀ ਹੋਵੇ ਤਾਂ ਕਿ ਆਪਣੇ ਇੰਟੈਲੀਜੈਂਟ ਬੱਚਿਆਂ ਨੂੰ ਬਾਹਰ ਨਾ ਜਾਣਾ ਪਵੇ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਆਪਣੇ ਬੱਚੇ ਨਾ ਫਸਣ ਅਤੇ ਅੱਗੇ ਤੋਂ ਇੱਥੇ ਹੀ ਆਪਣੇ ਬੱਚੇ ਜੋ ਹੈ ਇਸ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਨ, ਡਿਗਰੀ ਇੱਥੇ ਹੀ ਲਵੇਂ, ਇੱਥੇ ਹੀ ਆਪਣੀ ਜੋਬ ਕਰਨ। ਬਾਕੀ ਬੱਚਿਆਂ ਨੂੰ ਉੱਥੋਂ ਮੋਦੀ ਸਰਕਾਰ ਨੇ, ਆਪਣੀ ਇੰਡੀਅਨ ਗੌਰਮੈਂਟ ਨੇ ਬਹੁਤ ਹੈਲਪ ਕੀਤੀ ਹੈ ਜੀ। ਜਿਵੇਂ ਬੇਟੇ ਨੇ ਦੱਸਿਆ ਹੈ, ਉੱਥੇ ਫਲਾਈਟ ਦਾ ਇਹਨਾਂ ਨੂੰ ਦੇਖੋ ਕੋਈ ਖਰਚਾ ਨਹੀਂ ਲੱਗਿਆ ਜੀ। ਵੈਸੇ 60 ਤੋਂ 80 ਹਜ਼ਾਰ ਰੁਪਏ ਜਿਵੇਂ ਨੋਰਮਲੀ ਪਹਿਲਾਂ ਆਉਂਦੇ ਸੀਗੇ ਇਹ, ਅਤੇ ਇੰਨਾ ਖਰਚਾ ਇਹਨਾਂ ਦੀ ਟਿਕਟ ਲੱਗਦੀ ਸੀ, ਪਰ ਹੁਣ ਜੋ ਹੈ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਇਹ ਬਿਲਕੁਲ ਫ੍ਰੀ ਆਫ ਕੋਸਟ ਮਤਲਬ ਦਿੱਲੀ ਪਹੁੰਚੇ ਨੇ ਜੀ। ਰੋਮਾਨੀਆ ਦੇ ਵਿੱਚ ਇਹਨਾਂ ਦਾ ਮਤਲਬ ਆਪਣੀ ਸਰਕਾਰ ਵੱਲੋਂ ਸ਼ੈਲਟਰ ਬਣਾਇਆ ਹੋਇਆ ਸੀਗਾ, ਐਮਬੈਸੀ ਵੱਲੋਂ ਕਹਿ ਲਓ, ਉੱਥੇ ਰੁਕੇ ਹੋਏ ਸੀ ਇਹ, ਉੱਥੇ ਕੋਈ ਦਿੱਕਤ ਨਹੀਂ ਸੀ ਇਹਨਾਂ ਨੂੰ। ਬਾਕੀ ਇਹਨਾਂ ਬੱਚਿਆਂ ਨੇ ਆਪਸ ਦੇ ਵਿੱਚ ਵੀ ਕੋਆਰਡੀਨੇਸ਼ਨ ਰਿਹਾ ਜੀ ਬੱਚਿਆਂ ਦਾ, ਆਪਸ ਦੇ ਵਿੱਚ ਨਾ ਜਿਹੜੇ ਮਤਲਬ ਸੀਨੀਅਰ ਬੱਚੇ ਸੀ, ਜਿਵੇਂ ਇਹਨਾਂ ਦਾ ਫਾਈਨਲ ਈਅਰ ਸੀਗਾ, ਉੱਥੇ ਬੱਚੇ ਜਿਹੜੇ ਜੂਨੀਅਰ ਸੀ, ਇਹਨਾਂ ਨੇ ਆਪ ਵੀ ਉਹਨਾਂ ਦੀ ਹੈਲਪ ਕੀਤੀ ਹੈ, ਕਿਉਂਕਿ ਇਹਨਾਂ ਦੀ ਯੂਨੀਵਰਸਿਟੀ ਜਿਹੜੀ ਹੈ ਰੋਮਾਨੀਆ ਬਾਰਡਰ ਤੋਂ ਨਾ ਲਗਭਗ 30 ਕਿਲੋਮੀਟਰ ਦੂਰ ਸੀਗੀ ਬਸ। ਅਤੇ ਇਹ ਮਤਲਬ ਬੱਚਿਆਂ ਨੂੰ ਉੱਥੇ ਜਿਹੜੇ ਜੂਨੀਅਰ ਬੱਚੇ ਸੀਗੇ, ਖਾਸ ਕਰਕੇ ਕੁੜੀਆਂ, ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਪਹਿਲਾਂ ਕੁੜੀਆਂ ਨੂੰ ਜੋ ਇੱਥੋਂ ਬਾਹਰ ਜੋ ਹੈ ਭੇਜਿਆ ਜਾਵੇ, ਇੰਡੀਆ ਭੇਜਿਆ ਜਾਵੇ। ਫਲਾਈਟਸ ਦੇ ਵਿੱਚ ਵੀ ਇਹ ਮਤਲਬ ਬਾਅਦ 'ਚ ਆਏ ਨੇ, ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਜੂਨੀਅਰ ਨੇ ਜਿਨ੍ਹਾਂ 'ਚ ਕੁੜੀਆਂ ਸੀਗੀਆਂ ਵੀ ਉਹਨਾਂ ਨੂੰ ਛੇਤੀ ਤੋਂ ਛੇਤੀ ਭੇਜਿਆ ਜਾਵੇ। ਸੋ ਇਹਨਾਂ ਬੱਚਿਆਂ ਦੀ ਬਹਾਦਰੀ ਨੂੰ ਵੀ ਮੈਂ ਸਲਾਮ ਕਰਦਾ ਹਾਂ, ਜੋ ਇਹਨਾਂ ਨੇ ਇੰਨੀ ਸਮਝਦਾਰੀ ਦਿਖਾਈ ਅਤੇ ਬਹਾਦਰੀ ਨਾਲ ਜੋ ਹੈ ਕੰਮ ਲਿਆ। ਇੱਕ ਦੂਜੇ ਬੱਚੇ ਨੂੰ ਸਮਝਾਇਆ ਇਹਨਾਂ ਨੇ। ਇੱਕ ਬੱਚਾ ਇਹ ਦੱਸ ਰਿਹਾ ਸੀ ਬੇਟਾ ਕਿ ਉੱਥੇ ਬੇਹੋਸ਼ ਵੀ ਹੋ ਗਿਆ ਸੀ ਬੱਚਾ, ਕਿਉਂਕਿ ਟੈਂਪਰੇਚਰ ਉੱਥੇ -5 ਡਿਗਰੀ ਸੀਗਾ। ਹਾਂਜੀ, ਟੈਂਪਰੇਚਰ -10 ਜੀ, ਅਤੇ ਉਸ ਕਰਕੇ ਉਹ ਬੱਚਾ ਬੇਹੋਸ਼ ਵੀ ਇਸ ਕਰਕੇ ਹੋ ਕਿ ਦੂਸਰਿਆਂ ਦੀ ਹੈਲਪ ਕਰ ਰਿਹਾ ਸੀ। ਉਹ ਦੇਖੋ ਜੀ, ਬਾਰਡਰ ਕਰੋਸ ਕਰਵਾ ਰਿਹਾ ਸੀਗਾ ਉਹ ਦੂਸਰੇ ਬੱਚਿਆਂ ਨੂੰ, ਅਤੇ ਹੈਲਪ ਕਰਦੇ ਹੋਏ, ਕਿਉਂਕਿ ਟੈਂਪਰੇਚਰ ਬਹੁਤ ਘੱਟ ਸੀਗਾ ਅਤੇ ਉਹ ਮਤਲਬ ਤੁਰਦਾ ਫਿਰਦਾ ਹੀ ਰਿਹਾ ਐਵੇਂ ਹੀ। ਸੋ ਉਹ ਬੱਚਾ ਬੇਹੋਸ਼ ਵੀ ਹੋ ਗਿਆ ਸੀ ਜੀ। ਫਿਰ ਇਹਨਾਂ ਨੇ ਆਪ ਹੀ ਉਸ ਬੱਚੇ ਨੂੰ, ਉਹਨਾਂ ਨੂੰ ਸਾਂਭਿਆ, ਮਤਲਬ ਉੱਥੇ ਜੀ ਕੰਬਲ ਵਗੈਰਾ ਉਹਨਾਂ ਨੂੰ ਦਿੱਤੇ ਅਤੇ ਆਰਾਮ ਕਰਵਾਇਆ ਉਹਨੂੰ। ਸ਼ੈਲਟਰ ਦੇ ਵਿੱਚ ਜਾ ਕੇ ਉਹ ਬੱਚਾ ਮਤਲਬ ਫਿਰ ਉਹ ਹੋਇਆ ਜੀ, ਹੋਸ਼ ਦੇ ਵਿੱਚ ਆਇਆ, ਕਿਉਂਕਿ ਕੰਬਲ 5-6 ਇਹਨਾਂ ਨੇ ਉਸਨੂੰ ਦਿੱਤੇ ਬੱਚੇ ਨੂੰ, ਅਤੇ ਉਹ ਅਵੇਲੇਬਲ ਹੈਗੇ ਸੀ ਉੱਥੇ। ਇਸ ਤਰ੍ਹਾਂ ਦਾ ਸਮਾਨ, ਖਾਣ ਪੀਣ ਦਾ ਸਮਾਨ ਵੀ NGOs ਹੈਗੇ ਸੀ, ਉਹ ਦੇ ਰਹੇ ਸੀ ਬੱਚਿਆਂ ਨੂੰ ਜੀ। ਅਤੇ ਉਹ ਇਸ ਕਰਕੇ ਮਤਲਬ ਕੁੱਲ ਮਿਲਾ ਕੇ ਸਰਕਾਰ ਦੀ ਹੈਲਪ ਨਾਲ ਵਧੀਆ ਹੋਇਆ ਜੀ। ਅਤੇ ਅਸੀਂ ਸ਼ੁਕਰਗੁਜ਼ਾਰ ਹਾਂ ਇੰਡੀਅਨ ਗੌਰਮੈਂਟ ਦੇ, ਮੋਦੀ ਸਾਹਿਬ ਦੇ, ਜਿਨ੍ਹਾਂ ਨੇ ਮਤਲਬ ਇੰਨਾ ਉਪਰਾਲਾ ਕੀਤਾ। ਅਤੇ ਪੰਜਾਬ ਸਰਕਾਰ ਦੀ ਜਿਹੜੀ CID ਹੈ ਉਹ ਵੀ ਟੱਚ ਦੇ ਵਿੱਚ ਸੀ, ਗੱਲਬਾਤ ਉਹ ਮਤਲਬ ਪੁੱਛਦੇ ਰਹੇ ਸੀ ਸਾਨੂੰ ਵੀ ਕਿ ਬੱਚਾ ਕਿੱਥੇ ਗਿਆ, ਕਿਵੇਂ ਹੈ ਜੀ, ਠੀਕ ਹੈ ਜੀ। ਸੋ ਬੇਨਤੀ ਇਹ ਹੈ ਕਿ ਸਿੱਖਿਆ ਸਸਤੀ ਹੋਵੇ ਅਤੇ ਅੱਗੇ ਤੋਂ ਆਪਾਂ ਨੂੰ ਕੋਈ ਦਿੱਕਤਾਂ ਨਾ ਆਉਣ ਜੀ। ਥੈਂਕ ਯੂ ਜੀ। ਮਾਸਟਰ ਜੀ, ਜਿਵੇਂ ਮਤਲਬ ਉੱਥੇ ਜੰਗ ਲੱਗੀ ਹੋਈ ਹੈ ਯੂਕਰੇਨ 'ਚ, कि जंग किसी भी चीज़ का कोई समाधान है? बिल्कुल नहीं जी। जंग किसी भी चीज़ का समाधान नहीं है। जितनी शांति से, जितनी अच्छी तरह से टेबल पर बैठ कर के जितने भी कॉन्फ्लिक्ट्स हैं उनको सोल्व किया जा सकता है,
क्योंकि इसमें जंग में किसी का फ़ायदा नहीं हो सकता। पहले ही बहुत सारी ऐसी कंट्रीज़ हैं वर्ल्ड के अंदर जिनकी इकोनॉमी डाउन हो रही है, कोविड के कारण भी बहुत सारा खामियाजा भुगतना पड़ रहा है। तो अब अगर जंग होती है, क्योंकि हम एक अगर ग्लोबल सारे उसकी बात करें तो कोई भी देश इससे अछूता नहीं रह सकता। अब जैसे डायरेक्टली या इनडायरेक्टली उसका ज़रूर कुछ ना कुछ कमियां हमारे सामने आएंगी, और इसके लिए हम तो यही कहेंगे कि अच्छे से टेबल पर बैठ कर के शांतिमय ढंग से, क्योंकि आखिरकार जब भी किसी न किसी चीज़ का कंक्लूजन पे हम पहुंचेंगे वो बैठ करके ही वार्तालाप करके ही उसका समाधान होगा। ਜਿਵੇਂ ਉੱਥੇ ਜੰਗ ਲੱਗੀ ਹੋਈ ਹੈ ਉਹਦਾ ਅਸਰ ਆਪਣੇ ਭਾਰਤ ਤੇ ਵੀ ਪਊਗਾ ਜੀ? बिल्कुल जी, डेफिनेटली पड़ेगा, आर्थिक तौर पे पड़ेगा बिल्कुल, क्योंकि बहुत सारे रसिया के साथ भी हमारे संबंध हैं, दूसरे देशों के साथ भी संबंध है हमारे। तो अगर एक दूसरे के हमारा आपस में व्यापार भी होता है, बहुत सारे जो युद्ध से सामग्री है वो भी हम खरीदते हैं, बिल्कुल कनेक्टेड है। और अगर अब देखो कितना जैसे एक इमोशनल आज माहौल बना है, हमारा बेटा यहाँ पे आया है, सीधे डायरेक्टली तो वैसे भी हम इससे प्रभावित हुए हैं। और अगर इकोनॉमी जैसे हमने बहुत सारी फीस वहाँ भी भरी है, उसका भी एक अगर वहाँ पे नहीं जाएंगे बच्चे तो इसके कारण हमारे आगे प्रोफेशन के ऊपर भी असर पड़ेगा। अगर यहाँ पे प्रोफेशनल्स नहीं होंगे तो इसके अच्छे तरह से हम उसका इलाज करने में भी सक्षम नहीं होंगे। तो इस तरह से बिल्कुल डायरेक्टली या इनडायरेक्टली इसका असर ज़रूर पड़ता है जी। ਅੱਜ ਅਸੀਂ ਜੋ ਜਾਣਕਾਰੀ ਇਹਨਾਂ ਤੋਂ ਲਈ ਹੈ ਉਸ ਤੋਂ ਇਹੀ ਸਿੱਟਾ ਨਿਕਲਦਾ ਹੈ ਕਿ ਭਾਰਤ ਸਰਕਾਰ ਨੇ ਜੋ ਇੱਥੋਂ ਦੀ ਐਜੂਕੇਸ਼ਨ ਹੈ ਉਸ ਨੂੰ ਸਸਤੀ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਸਾਡੇ ਕੋਲ ਐਜੂਕੇਸ਼ਨ ਸਸਤੀ ਹੋਊਗੀ ਤੇ ਸਾਡੇ ਬੱਚੇ ਬਾਹਰ ਨਹੀਂ ਜਾ ਸਕਣਗੇ, ਇੱਥੇ ਹੀ ਪੜ੍ਹਾਈ ਕਰਕੇ ਇੱਥੇ ਹੀ ਦੇਸ਼ ਦੀ ਸੇਵਾ ਕਰ ਸਕਦੇ ਨੇ। ਮੇਨ ਸਿੱਟਾ ਇਹੀ ਨਿਕਲਦਾ ਹੈ। ਧੰਨਵਾਦ।